ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਚਰਨ ਅਰਵਿੰਦ। ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਮੋਕੂ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਤੀਜਾ। ਜੇ ਲੋੜੈ ਵਲ ਵਾਲੜੀਏ ਤਾ ਗੁਰ ਚਰਣੀ ਚਿਤ ਲਾਏ ਰਾਮ। ਸਦਾ ਸੋਵੈ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ। ਹਰ ਜੀਉ ਮਰੈ ਨਾ ਜਾਏ ਗੁਰ ਕੈਸੈ ਸੁਪਾਏ। ਸਾ ਤਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ। ਗੁਰ ਕੈ ਸ਼ਬਦ ਸਿੰਗਾਰੀ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਪਾਇਆ। ਨਾਨਕ ਸਦਾ ਪਿਰ ਰਾਵੈ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ। ਪਿਰ ਪਾਏ ਅੜਾ ਬਾਲੜੀਏ ਅੰਦਿਨ ਸਹਜੇ ਮਤੀ ਰਾਮ। ਗੁਰਮਤੀ ਮਨ ਅਨੰਦ ਪਿਆ ਤਿਤ ਤਨ ਮੈਲ ਨਾ ਰਤੀ ਰਾਮ। ਤਿਤ ਤਨ ਮੈਲ ਨਾ ਰਤੀ ਹਰ ਪ੍ਰਭ ਰਾਤੀ। ਮੇਰਾ ਪ੍ਰਭ ਮੇਲ ਮਿਲਾਏ ਅੰਦਰ ਰਾਵੈ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ। ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ। ਨਾਨਕ ਨਾਮ ਮਿਲੈ ਵਡਿਆਈ ਪ੍ਰਭ ਰਾਵੈ ਰੰਗ ਰਾਤੀ। ਪ੍ਰਭ ਰਾਵੈ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ। ਸੋ ਸਹੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਵਨ ਪਾਇਆ। ਹਰ ਕਾਮਣ ਮਨ ਭਾਣੀ
ਆਨ ਦਿਨ ਗੁਣ ਰਾਵੈ ਨਿਤ ਸਾਚੇ, ਕੱਥੇ ਅਕਥ ਕਹਾਣੀ। ਜੁਗ ਚਾਰੇ ਸਾਚਾ ਏਕੋ ਵਰਤੈ, ਬਿਨ ਗੁਰ ਕਿਨੈ ਨਾ ਪਾਇਆ। ਨਾਨਕ ਰੰਗ ਰਾਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ। ਕਾਮਨ ਮਨ ਲੋੜੀਂਦਾ, ਸਾਜਨ ਮਿਲੇ ਪਿਆਰੇ RAM। ਗੁਰਮਤਿ ਮਨ ਨਿਰਮਲ ਹੋਵਾ, ਹਰ ਰਾਖਿਆ ਔਰ ਤਾਰੇ RAM। ਹਰ ਰਾਖਿਆ ਔਰ ਤਾਰੇ, ਆਪਣਾ ਕਾਰ ਸਵਾਰੇ। ਗੁਰਮਤਿ ਹਰ ਜਾਤਾ, ਪ੍ਰੀਤਮ ਹੋਏ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ। ਨਾਨਕ ਮਿਲ ਲਈ ਗੁਰ ਆਪਣੈ, ਗੁਰ ਕੈ ਸ਼ਬਦ ਸਵਾਰੇ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ। ਨਾਨਕ ਮਿਲ ਲਈ ਗੁਰ ਆਪਣੈ, ਗੁਰ ਕੈ ਸ਼ਬਦ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਵਿਸ਼ੇਸ਼ ਕਰਕੇ ਜੋ ਛੁੱਟੀ ਵਾਲਾ ਦਿਨ ਐਤਵਾਰ ਦਿਨ ਹੋਣ ਕਰਕੇ ਬਾਕੀ ਦੇ ਦਿਨਾਂ ਨਾਲੋਂ ਸੰਗਤ ਦੀ ਹਾਜ਼ਰੀ ਵੱਧ ਹੋਇਆ ਕਰਦੀ ਹੈ ਸਾਰੇ ਗੁਰੂ ਘਰਾਂ ਵਿੱਚ। ਇੱਥੇ ਵੀ ਹੈ ਦੁਪਹਿਰ ਦਾ ਦੀਵਾਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਜਿਆ ਹੈ। ਸਜੇ ਹੋਏ ਦੀਵਾਨ ਵਿੱਚ ਆਪ ਜੀ ਨੇ ਹੁਣ ਰਾਗੀ ਸਿੰਘ ਸਾਹਿਬਾਨਾਂ ਦੇ ਕੋਲੋਂ ਕੀਰਤਨ ਸਰਵਣ ਕੀਤਾ ਹੈ। ਗੁਰੂ ਘਰ ਦੇ ਰਾਗੀ ਸਿੰਘ ਸਾਹਿਬਾਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਨਵਾਜੇ ਹੋਏ ਤੇ ਛੋਟੀ ਉਮਰ ਦੇ ਵਿੱਚ ਵੱਡਾ ਗੁਣ ਪ੍ਰਾਪਤ ਕੀਤਾ ਹੈ। ਦਾਸ ਧੰਨਵਾਦ ਕਰਦਾ ਇਹਨਾਂ ਦਾ। ਔਰ ਜੋ ਸ਼ਬਦ ਅਖੀਰ ਦੇ ਵਿੱਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੜ੍ਹਿਆ ਹੈ, ਕਥਾ ਦੀ ਵਿਚਾਰ ਲੜੀਵਾਰ ਆਰੰਭ ਕਰਨ ਤੋਂ ਪਹਿਲਾਂ ਇਹ ਸ਼ਬਦ ਦੇ ਬਾਰੇ ਦਾਸ ਆਪ ਜੀ ਦੇ ਨਾਲ ਵਿਸਥਾਰ ਨਾਲ ਨਹੀਂ, ਕੁਝ ਸੰਖੇਪ ਦੇ ਅੱਖਰਾਂ ਨਾਲ ਵਿਚਾਰ ਸਾਂਝੀ ਕਰਨਾ ਚਾਹੇਗਾ। ਇਹ ਜਿਹੜਾ ਸ਼ਬਦ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਆਵਾਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਬੈਰਾਗਮਈ ਸ਼ਬਦ ਉਦੋਂ ਪੜ੍ਹਿਆ ਹੈ ਜਿਸ ਵੇਲੇ ਆਪਣੇ ਅੱਖਾਂ ਦੇ ਸਾਹਮਣੇ ਦੋਨੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਔਰ ਤਿੰਨ ਪਿਆਰੇ ਪੰਜਾਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਤਿੰਨ ਪਿਆਰਿਆਂ ਦੀਆਂ ਲਾਸ਼ਾਂ ਵੇਖੀਆਂ, ਦੋ ਪੁੱਤਰਾਂ ਦੀਆਂ ਲਾਸ਼ਾਂ ਵੇਖਣੀਆਂ। 10 ਲੱਖ ਦੇ ਘੇਰੇ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨਿਕਲੇ। ਹਾਲਾਤ ਕੁਝ ਐਸੇ ਸਨ, ਮਹਾਰਾਜ ਨੇ ਕਿਹਾ ਸੀ, ਸਿੰਘੋ ਤੁਹਾਡਾ ਬਚਨ ਮੰਨ ਕੇ ਮੈਂ ਗੜੀ ਛੱਡਣ ਲੱਗਿਆ। ਸਰਸਾ ਦੇ ਕਿਨਾਰੇ ਤੇ ਪਰਿਵਾਰ ਵਿਛੜਿਆ ਔਰ ਇਹ ਵਿਛੋੜੇ ਨੇ ਹੋ ਸਕਦਾ ਹੈ ਅਜੇ ਵੀ ਮੇਰਾ ਕੋਈ ਇਮਤਿਹਾਨ ਲੈਣਾ ਹੋਵੇ। ਪਰਿਵਾਰ ਵਿਛੜ ਗਿਆ, ਮਾਤਾ ਪਿਤਾ ਵਿਛੜ ਗਏ, ਬੱਚੇ ਵਿਛੜ ਗਏ, ਕੇਵਲ ਹੁਣ ਖਾਲਸਾ ਮੇਰੇ ਨਾਲ ਹੈ। ਔਰ ਹੋ ਸਕਦਾ ਹੈ ਹਾਲਾਤ ਇਹੋ ਜਿਹੇ ਬਣ ਜਾਣ ਵੀ ਮੈਂ ਇਕੱਲਾ ਹੀ ਰਹਿ ਜਾ, ਤੁਹਾਡੇ ਵਿੱਚੋਂ ਵੀ ਕੋਈ ਨਾਲ ਨਾ ਹੋਵੇ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਐਸਾ ਕਿਉਂ ਕਹਿੰਦੇ ਹੋ? ਕਹਿੰਦੇ ਨਹੀਂ, ਹਾਲਾਤ ਦੱਸਿਆ ਤੁਹਾਨੂੰ, ਜੇ ਐਸਾ ਹੋ ਗਿਆ ਤਾਂ ਮਿਲਾਪ ਕਿੱਥੇ ਹੋਏਗਾ? ਜਿਹੜੀਆਂ ਦਿਸ਼ਾ ਹਨ ਚਾਰ, ਪੂਰਬ, ਪੱਛਮ, ਉੱਤਰ, ਦੱਖਣ, ਚਾਰ ਉਪ ਦਿਸ਼ਾ ਹਨ, ਈਸ਼ਾਨ, ਨੈਰਤ, ਵੈਵੀ ਤੇ ਅਗਨ ਕੌਣ।
महाराज साहब ने कौन दी सेध दत्ती भी ओ जिहड़ा तारा खड़ा है मालवे वाले पासे है ते मैं इधर नूं जाना ते रस्ते च आप ही निरंकार मिलाप करा दे। शहनशाह दा ये रस्ता जिहड़ा सी रागी सिंह जी शब्द पढ़ते सी वो दृश्य मेरिया ध्यान दे अखां दे सामने आया ते अपने आप ही बेबस हो के अखां सजल हो गई। वो दृश्य अंतरी भाव विच मैं देख रहा सी। वो तो लम्मी कथा है मुकदी गल के महाराज साहब जी जिन्होंने ये देख के दो बंदे कल्पना करते हैं ये कहंदा वे आ जिहड़ा राही जा रहा है इहदी नुहार राहियां वाली है नहीं है राही ये क्या बात है इन्हां रस्तियां ते जाण वाला तो लगदा नहीं। वो कहंदे भुल गया होना रास्ता भुल गया होगा। वो कहंदा नहीं कुछ होर लगदा है। वो कहंदे हाँ कोई राही तुरिया जांदा बहुत अनोखा है बिखड़े रास्ते पै गया राहों पुल पुला के पर मैनू इउं लगदा है। वो अपने भरा नूं कहंदा दूजे नूं मैनू इउं लगदा है भी ये किते आनंदपुर वाला गुरु तां नहीं। ये दरवेश निकलिया रात गढ़ी चमकौर चों आया 10 लाख नाल 40 योधे लड़ा के। वो कहंदा मैं नहीं मनदा हैगा वो नहीं हो सकता। उन्होंने 10 लाख का घेरा पिया सी। वो कहंदा है वही मैं पहचान लिया। वो कहंदा उहदे कलंगी सी उहदे कोल नीला घोड़ा सी वो कला कदी नहीं सी तुरदा। वो कहंदा मन लिया ऐ पर है ही नहीं कलंगी किते आ गया ला के कोई हालात बन गए होणगे हजे कलंगी लाती होगी। वो कहंदा सज्जना समय दे हालात ना मैं इन्हां दे सिर दे उत्ते 1.25 लाख का चंदोआ झुलदा वेखे आनंदपुर साहब कदे 1.25 लाख का चंदोआ सिर ते झुलदा सी बहिंदा तख्त उत्ते सी शाही पोशाकां पा के अज तन ते लीरां लटकण झाड़ां दे च फस फस के हजूर दा चोला लीरो लीर हो गया सी। अज तन ते लीरां लटकण जोड़ा पैरी दिसदा नहीं खून बगदा प्यासी 16 बज बजा के इहदा सबर वेख के हंझू लोक भगाउंदे ने। ओ गुरु गोबिंद सिंह साहब जदों माछीवाड़े दे जंगल दे विच टिंड दा सराहना ला के पए सी भाई दया सिंह धर्म सिंह मान सिंह तिन्ने विछड़ गए सी। लभदे लभदे जदों गुलाबे मसंद दे एक नौकर ने दसिया कि तुहाडे वर्गा एक तुहाडे वर्गा ही बाणा साडे बाग दे विच उतरिया। भाई साहब अरदासां करदे दया सिंह जी मूहरे भाई मान सिंह धर्म सिंह पहुंचे हजूर दे एक हथ किरपान दे मुठे नूं पाया ते त्यार प्रत्यार शस्त्र दा वसा नहीं सी करदे टिंड दा सराहना ला के आराम नाल पए है क्योंकि 8 दिनां दे थके होए सी नींदरे सी ते महाराज साहब सच्चे पातशाह नूं नींद शरीर नूं आ गई है। भाई दया सिंह ने कहा इहो ਜਿਹੇ हालातां च सौना तो चंगा नहीं मुसीबत तो सिर ते खड़ी है लोग छड्डणगे नहीं पर हजूर नूं बेराम करन नूं जी नहीं करदा। भाई साहब जी ने चरण फड़े पहला तो मत्था टेकिया चरनां ते फिर चेहरे वाल नूं वेखदे आ ते नाले थोड़ा थोड़ा जदों मुट्ठी चापी करन लगे भाई साहब दा ध्यान चेहरे वाल सी चरनां वाल निगाह नहीं सी ते हथ सिले जे हो गए। भाई साहब ने कहा कि अज हथां वाल वेख्या ते हजूर सच्चे पातशाह दे खून दे नाल जो पैरां नूं सिमरिया सी वो भाई दया सिंह दे हथ भर गए ते भाई साहब रो पे। वो जो सिसकियां रोए महाराज साहब जी उठ के बैठे हो गए कहते दया सिंह आ गए हो। हाँ महाराज कहते फिर खुश होना चाहिए सी रो रहे हैं। हथ दिखा के कहने लगे महाराज इस धरती ते तुहाडे पिता दा खून डुलिया और तुहाडे पुत्रां दा खून डुलिया ते हुण तुहाडे खून डुलण दी ओह कसर रहिंदी सी कोई।
ਇਹਨੂੰ ਵੇਖ ਕੇ ਮਨ ਦਰਬ ਗਿਆ। ਕਹਿੰਦੇ ਛੱਡ, ਗਿਆਨੀ ਹੋ ਕੇ, ਬ੍ਰਹਮ ਗਿਆਨੀ ਹੋ ਕੇ ਅਗਿਆਨੀਆਂ ਵਾਲੀਆਂ ਗੱਲਾਂ ਕਿਉਂ ਕਰਦਾ ਹੈ? ਇਹ ਖੇਡ ਹੈ ਸੋ ਤੇ ਸਿੱਧ। ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਆਕਾਸ਼ ਵੱਲ ਤੱਕਿਆ, ਚਮਕੌਰ ਸਾਹਿਬ ਦੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ 'ਚ 2 ਸਾਹਿਬਜ਼ਾਦੇ, 3 ਪਿਆਰੇ, ਵਿਮਾਨ ਉਹਨਾਂ ਨੂੰ ਲੈਣ ਵਾਸਤੇ ਆਏ ਤੇ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ, ਅਸੀਂ ਸੱਚਖੰਡ ਨਹੀਂ ਜਾਣਾ ਹਾਲੇ। ਠੀਕ ਹੈ ਜੀ, ਤੁਹਾਡਾ ਅਧਿਕਾਰ ਹੈ। ਬੜੇ ਬੰਦੇ ਨੂੰ ਕੋਈ ਛੋਟੇ ਬੰਦੇ ਲੈਣ ਆਉਣ ਨੂੰ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਜਾਊਂਗਾ, ਸਵਾਰੀ ਮੇਰੇ ਅਧੀਨ ਹੈ। ਆਖੇ ਜੀ ਕਿੱਧਰ ਨੂੰ ਜਾਣਾ? ਕਹਿੰਦੇ ਜਿੱਧਰ ਨੂੰ ਮੇਰਾ ਹਜ਼ੂਰ ਜਾ ਰਿਹਾ ਉਧਰ ਨੂੰ ਵਿਮਾਨ ਜਾਣਾ ਚਾਹੀਦਾ। ਵਿਮਾਨ ਮਾਛੀਵਾੜੇ ਦੇ ਸੂਖਮ ਆਕਾਸ਼ ਦੇ ਵਿੱਚ ਆਕਾਸ਼ਚਾਰੀ ਘੁੰਮਦੇ ਨੇ ਤੇ ਬੰਦਿਆਂ ਨੂੰ ਤਾਂ ਦਿਸਦੇ ਨਹੀਂ। ਮਹਾਰਾਜ ਸਾਹਿਬ ਨੇ ਜਦੋਂ ਦੇਖਿਆ, ਗਰੀਬ ਨਿਵਾਸ ਸਤਿਗੁਰੂ ਕਹਿੰਦੇ ਸਿੰਘੋ ਤੁਹਾਡੀ ਤਾਂ ਹੁਣ ਦੇਹ ਦੀ ਜ਼ਿੰਮੇਵਾਰੀ ਖਤਮ ਹੋ ਚੁੱਕੀ ਹੈ, ਸੁਤੰਤਰ ਹੋ, ਤੁਸੀਂ ਸੱਚਖੰਡ ਕਿਉਂ ਨਹੀਂ ਜਾ ਰਹੇ? ਮਹਾਰਾਜ ਤੁਹਾਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਕਹਿੰਦੇ ਜਾਣਾ ਪਏਗਾ, ਹੁਕਮ ਮੰਨੋ। ਮੈਂ ਮੰਨ ਕੇ ਮਾਛੀਵਾੜੇ ਦੇ ਜੰਗਲਾਂ 'ਚ ਘੁੰਮ ਰਿਹਾ, ਤੁਸੀਂ ਵੀ ਮੰਨੋ। ਕਹਿੰਦੇ ਮਹਾਰਾਜ ਸਤ ਬਚਨ। ਗਰੀਬ ਨਿਵਾਜ ਕਹਿੰਦੇ ਜਾਂਦੇ ਜਾਂਦੇ ਇੱਕ ਸੁਨੇਹਾ ਮੇਰੇ ਅਕਾਲ ਪੁਰਖ ਨੂੰ ਦੇ ਦੇਣਾ। ਮਹਾਰਾਜ ਦੱਸੋ? ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ। ਇਹ ਸ਼ਬਦ ਰਾਗੀ ਸਿੰਘੀ ਉਸ ਵੇਲੇ ਮਹਾਰਾਜ ਸਾਹਿਬ ਨੇ ਪੜਿਆ ਔਰ ਨਾਲ ਇਹ ਤੁਕਾਂਤ ਮਿਲਾ ਲੋ, ਜਿਤਨਾ ਭਇਓ ਹਮਰਾ ਆਵਨ ਕਹਿ। ਮੈਂ ਆਪਣੇ ਅਕਾਲ ਪੁਰਖ ਨੂੰ ਕਿਹਾ ਸੀ ਮੈਂ ਹਜੇ ਸੰਸਾਰ 'ਚ ਨਹੀਂ ਜਾਣਾ ਚਾਹੁੰਦਾ, ਪਰ ਅਕਾਲ ਪੁਰਖ ਦਾ ਹੁਕਮ ਹੋਇਆ ਤੇ ਮੈਂ ਆ ਗਿਆ। ਪਰ ਮੈਂ ਕਹਿੰਦਾ ਹੇ ਅਕਾਲ ਪੁਰਖ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਤੇਤੋਂ ਬਿਨਾ ਆ ਦੇਖ ਲੈ, ਸੱਪਾਂ ਦੇ 'ਚ ਰਹਿਣ ਵਾਲੀ ਗੱਲ ਹੈ। ਅੱਜ ਇਹ 10 ਲੱਖ ਦੇ ਸੱਪ ਮੇਰੇ ਆਲੇ ਦੁਆਲੇ ਫਿਰਦੇ ਆ, ਪਰ ਮੈਨੂੰ ਪਰਵਾਹ ਨਹੀਂ ਇਹਨਾਂ ਦੀ ਕੋਈ। ਪਰ ਜਿਹੜਾ ਆਨੰਦ ਤੇਰੇ ਸਰੂਪ ਵਿੱਚ ਸੀ ਉਹ ਤੇਰੇ ਸਰੂਪ ਵਿੱਚ ਲੀਨ ਹੋ ਕੇ ਹੋਏਗਾ। ਇਹ ਸੱਦ ਪੜੀ ਸੀ ਮੇਰੇ ਹਜ਼ੂਰ ਨੇ। ਮੈਂ ਰਾਗੀ ਸਿੰਘ ਨੂੰ ਤਾਂ ਕਿਹਾ ਸੀ ਵੀ ਥੋੜਾ ਜਿਹਾ ਬੇਟਾ ਬਹਿ ਜਾਣਾ, ਕਿਉਂਕਿ ਪ੍ਰਚਾਰ ਕਰਨ ਵਾਲੇ ਹੋ, ਸਬੱਬੀ ਤੁਸੀਂ ਸ਼ਬਦ ਪੜਿਆ, ਨਾ ਜਾਣ ਕੇ ਤੁਸੀਂ ਪੜਿਆ। ਨਹੀਂ ਮੈਂ ਤਾਂ ਲੜੀਵਾਰ ਕਥਾ ਕਰਨੀ ਸੀ, ਮੇਰੀ ਤਾਂ ਜ਼ਿੰਮੇਵਾਰੀ ਇਹ ਹੈ ਜਿਹੜੀ ਲੜੀਵਾਰ ਕਥਾ ਦੀ ਹੈ। ਤੇ ਉਹ ਦ੍ਰਿਸ਼ ਅੱਖਾਂ ਦੇ ਸਾਹਮਣੇ ਆਉਣ ਕਰਕੇ ਮੈਂ ਤੇ ਉਸ ਵੇਲੇ ਅੱਖਾਂ ਦੇ ਸੁੱਤੇ ਸਿੱਧ ਹੀ ਹਜ਼ੂਰ ਨੂੰ ਯਾਦ ਕਰਕੇ ਜਲ ਭਰ ਆਇਆ। ਮੈਂ ਜਲ ਭਰਿਆ ਰੋਏ। ਮਹਾਰਾਜ ਰਾਗੀ ਸਿੰਘਾਂ ਦਾ ਗਾਵਿਆ ਤੇ ਤੇਰੇ ਸਰੋਤਿਆਂ ਦਾ ਸੁਣਿਆ ਥਾਂ ਪਵੇ। ਤੇਰੇ ਉਸ ਕਰਨਾ ਰਸ ਦਾ ਸੰਗੀਤ ਜੋ ਮਾਛੀਵਾੜੇ ਦੇ ਜੰਗਲਾਂ ਚਲਾ ਪਿਆ। ਤੇ ਦੂਸਰੀ ਵਾਰ ਫਿਰ ਮਹਾਰਾਜ ਨੇ ਇਹੀ ਸ਼ਬਦ ਹਜ਼ੂਰ ਸਾਹਿਬ ਜਦੋਂ ਭਾਈ ਦਇਆ ਸਿੰਘ ਜੀ ਜੋਤੀ ਜੋਤ ਸਮਾ ਗਏ ਸੀ, ਉਸ ਵੇਲੇ ਵੀ ਇਹ ਸ਼ਬਦ ਭਾਈ ਦਇਆ ਸਿੰਘ ਨੂੰ ਦੁਆਰੇ ਸੁਨੇਹਾ ਦਿੱਤਾ। ਤੇ ਉੱਥੇ ਫਿਰ ਇੱਕ ਅੱਖਰ ਦਾ ਮਹਾਰਾਜ ਨੇ ਜਿਹੜਾ ਸੀ ਉਹ ਬਦਲਾ ਕਰ ਦਿੱਤਾ ਸੀ। ਪਹਿਲਾਂ ਜਿਹੜਾ ਸ਼ਬਦ ਸੀ ਉਚਾਰਿਆ ਮਾਛੀਵਾੜੇ, ਉਹਦੇ ਸੀ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ। ਫਿਰ ਖਾਲਸੇ ਨੇ ਕਿਹਾ ਮਹਾਰਾਜ ਇਹ ਸ਼ਬਦ ਹਜ਼ੂਰ ਢੁਕਦਾ ਨਹੀਂ, ਤੁਸੀਂ ਫਕੀਰ ਥੋੜੇ ਹੋ, ਸ਼ਹਿਨਸ਼ਾਹ ਦੇ ਸ਼ਹਿਨਸ਼ਾਹ। ਫਕੀਰ ਸ਼ਬਦ ਮਹਾਰਾਜ ਖਾਲਸੇ ਨੂੰ ਚੰਗਾ ਨਹੀਂ ਲੱਗਦਾ। ਤੇ ਮਹਾਰਾਜ ਕਹਿੰਦੇ ਚੰਗਾ ਵੀ ਜਦੋਂ ਦੁਬਾਰੇ ਸ਼ਬਦ ਪੜਿਆ ਫਿਰ ਮਰੀਦਾਂ ਸ਼ਬਦ ਕੀਤਾ, ਪਹਿਲਾਂ ਫਕੀਰਾਂ ਸ਼ਬਦ ਸੀ। ਇਹ 2 ਵਾਰੀ ਸ਼ਬਦ ਪੜਿਆ। ਗੁਰੂ ਕਿਰਪਾ ਕਰੇ। ਆਓ ਹੁਣ ਜੋ ਲੜੀਵਾਰ ਕਥਾ ਹੈ, ਸਾਰੇ ਸੰਤ ਦਾ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਵੀ ਬਾਣੀ ਹੈ ਜੋ 771 ਅੰਗੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਤਾਂ ਦੀ ਬਾਣੀ ਹੈ। ਇਹਦੇ ਜਿਵੇਂ ਸਤਿਗੁਰੂ ਕਿਰਪਾ ਕਰਦੇ ਨੇ, ਆਓ ਲੜੀਵਾਰ ਕਥਾ ਦਾ ਆਨੰਦ ਮਾਣੀਏ ਜੀ। ਸੂਹੀ ਮਹਲਾ ਤੀਜਾ। ਰਾਗਣੀ ਹੈ, ਮੇਘ ਰਾਗ ਦੀ ਰਾਗਣੀ ਮੰਨੀ ਹੈ ਇਹ। ਤੇ ਇਸ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਇਹ ਪਾਵਨ ਬਚਨ ਉਚਾਰਨ ਕਰਦੇ ਹੈ। ਹਾਂਜੀ ਅੱਗੇ ਚਲੋ। ਜੇ ਲੋੜੈ ਵਰ ਬਾਲੜੀਏ। ਮਹਾਰਾਜ ਸਾਹਿਬ ਜੀ ਇੱਥੇ ਰੂਪਕ ਅਲੰਕਾਰ ਮਹਾਰਾਜ ਸਾਹਿਬ ਜੀ ਵਰਦੇ ਹੈ। ਜਗਿਆਸੂ ਜਿਹੜਾ ਹੈ ਉਸ ਨੂੰ
बालड़ी ये कह के जने जो छोटी उम्र की बच्ची हुंदी आ उन्होंने बालड़ी कह दईदा, उन्होंने बालका कह दईदा। बालक हुंदा है नर, बालका हुंदी है मद। ये इस तरह है, नर मद दा भेद है। बेटी नूं बालका ते बेटे नूं बालक। वो बालका नूं बालड़ी कहा ते हुण बालड़ी तो वो है जिन्हों अजे वर मिलिया नहीं है, कुआरी है। ये रूप कलंकार। जग्यासू रूप बालड़ी है। तू चाहनी है ना कि पति चंगा मिल जाए। ये तमन्ना किस और दी नहीं है। हर कुआड़ी लड़की नूं उहदी तमन्ना है कि मेरा जीवन साथी चंगा हो, सुख देने वाला हो। ये दुनियावी प्रमाण लैके हजूर अंतरी भाव च कहंदे ने, जे तेनू बर नाम पति दा ऐ बालड़ीए, जे तेनू बर चाहिदा ना, और इहो जिहा वर चाहिदा जिन्हों प्राप्त करके तू कदे विधवा ना होवें। जे तेनू इहो जिहा पति चाहिदा जिहड़ा तेनू कदे छुट्टड़ ना कर देवे, तेनू जिउंदी नूं छड्ड ना देवे। जिवें तलाक हो जाते, डिवोर्स हो नहीं जाते, वो दोनों तरह की गलती नाल हुंदे है। जे तेनू ऐसा चाहिदा है, जे लोड़ है बर वालड़ी है, जे तू चाहनी है, तेरी इच्छा है, तां गुर चरनी चित लाए राम। तां फिर विचोला चजदा लभ लै। ये विचोले बड़ी गड़बड़ करते हैं। रिश्ता कराउण वाले बहुत गलत कर देंदे है। तू हर दरगह का वसीठ, तेनू बर मिले अकाल पुरख ऐ जग्यासु रूप इस्त्री। अते फिर विचोला सतगुरु हो सकता है, जिहड़ा तेनू अकाल पुरख दे नाल मिला दे, ओहदे नाल तेरियां चार लावां कर देवे। इन्हां शंतां तो बाद जिस वेले अगे अमृतवी बाणी जिहड़ी है, हुण तीसरे पातशाह दे शंत चलदे है, फिर चौथियां दे चलणगे। चौथे पातशाह दे शंतां दे विच लावां दी बाणी आ रही है। ते उहदे विच हुण तुसीं वेख लियो। हुण तक साडे ते यही प्रभाव है भी लावां तां बच्चे बच्ची दा विआह करन वास्ते लावां दी बाणी है। ये पता लगेगा कथा सुन के तुहानूं भी काहदे वास्ते है बाणी। ये तां देली ते दीवा रखिया भी दोनों थावां ते विहड़े च भी ते घर च चानण हो जावे। कुछ बाणियां देली दीपक वांगू ना कि संसार दा कारज भी गुरसिखां दा सिद्ध हो जावे और परमार्थ भी। ये तां लावां तां चार अवस्था ने। हर पहलड़ी ला प्रवेती कर्म दड़ा बरनाम जियो, ओदी तां कथा अगे आएगी। गुरु कृपा करे ओदा ही समझ लो, मुंडली व्याख्या हो रहा है तीसरे पातशाह ते चौथे पातशाह दी। उसे प्रकरण दे विच बाणियां सारी शंतां ने। जे लोड़ है बल वालड़ी है, बे तू बर पति चाहिदा है सुख देने वाला, तां फिर सतगुरु दी सेवा कर, सतगुरां दे चरण फड़। सतगुरां दे चरण फड़न दे नाल फिर तैनूं गुरु उस पति नूं मिलाएगा। तां गुर चरनी चित लाए राम। राम रमे होए परमात्मा दा रूप है गुरु। गुर परमेश्वर एक है, सब में रह समाए। गुरु दे चरण फड़ लै कि दाता संसार दियां औरतां नूं संसार दे पति छड़ देंदे है। और कई बारी ऐसा भी हुंदा है पति मर गया, पत्नी विधवा हो गई, ते आप कृपा करो मैनू इहो जिहा वर दे दिओ जिहड़ा कदे मरे ना और सदा ही अमर सदा ही जिउंदा रहे, और मैं भी उहदी पत्नी बन के सदा ही जिउंदी रहां, मेरा सुहाग सदा बनिया रहे। ये जग्यासू दी तड़प है। कहंदे फिर सतगुरु दे चरण फड़, सतगुरु दी सेवा कर। सतगुरु की सेवा सफल है जे को करे चित लाए। चित ला के सेवा कर। हाँ जी अगे चलो। सदा होवे सुहागणी, फिर तू हमेशा सुहागन हो जाएंगे। ऐ जग्यासू तू सदा सुहागन आम करके साड़ियां पुरानियां मातावां जदों किते
ਨੂੰਹ ਰਾਣੀ ਨੇ ਪੈਰੀਂ ਹੱਥ ਲਾਉਣੇ। ਤੇ ਇਹ ਹੁਣ ਸਮਾਂ ਬਦਲ ਗਿਆ। ਜਿਹੜੀਆਂ ਪੁਰਾਣੀਆਂ ਨੂੰਹਾਂ ਸੀ ਉਹ ਸੱਸਾਂ ਦੇ ਪੈਰਾਂ ਨੂੰ ਪੈਂਦੀਆਂ ਸੀ ਤੇ ਹੁਣ ਵਾਲੀਆਂ ਗਲ ਨੂੰ ਪੈਂਦੀਆਂ ਨੇ। ਸਮਾਂ ਬਦਲ ਗਿਆ ਨਾ। ਤੇ ਪੁਰਾਣੀਆਂ ਸੱਸਾਂ ਜਿਹੜੀਆਂ ਨੂੰਹਾਂ ਨੂੰ ਧੀਆਂ ਸਮਝਦੀਆਂ ਸੀ ਤੇ ਹੁਣ ਵਾਲੀਆਂ ਬੇਗਾਨੀਆਂ ਧੀਆਂ ਕਹਿੰਦੀਆਂ ਨੇ। ਇਹ ਦੋਨਾਂ ਹੱਥਾਂ ਨਾਲ ਤਾਲੀ ਵੱਜਦੀ ਹੈ। ਇਹ ਕੰਮ ਗਿਆ ਵਿਗੜ, ਇਹ ਨਹੀਂ ਸਵਾਰਨ ਦਾ। ਇਹ ਸਿਵਰ ਸਕਦਾ ਸੀ ਇੱਕੋ ਗੱਲ ਕਰਕੇ। ਕੱਲ ਇੱਕ ਬੱਚਾ ਸੀ, ਮੈਂ ਕਿਹਾ ਆਪਣੇ ਅੱਖਾਂ ਨਾਲ ਵਿਆਹ ਦਾ ਦ੍ਰਿਸ਼ ਦੇਖਿਆ ਸੀ, ਪਰ ਜਦੋਂ ਉਹ ਗੁਰਸਿੱਖ ਬੱਚੇ ਬੱਚੀ ਦਾ ਮੈਂ ਇਹ ਸੁਣਿਆ ਕਿ ਉਹ ਵੀ ਅਲੱਗ ਅਲੱਗ ਹੋ ਗਏ। ਮੈਂ ਕਿਹਾ ਵੀ ਹੁਣ ਕਹਾਂਗੇ ਕਿਹਨੂੰ? ਕਾਰਨ ਕੀ ਵਰਤ ਗਏ? ਗੁਰਸਿੱਖਾਂ ਦੇ ਘਰ 'ਚ ਵੀ ਇਹ ਬਿਮਾਰੀ ਆ ਗਈ। ਫਿਰ ਮੈਂ ਸੋਚਿਆ ਵੀ ਨਹੀਂ, ਚਾਹੇ ਗੁਰਸਿੱਖ ਨੇ ਚਾਹੇ ਮਨਮਤੀਏ ਨਾ, ਗੁਰੂ ਨਾਨਕ ਦੀ ਸਿੱਖਿਆ ਤੋਂ ਦੂਰ ਹੋ ਗਏ, ਬਾਣੀ ਤੋਂ ਦੂਰ ਹੋ ਗਏ। ਪਤੀ ਦਾ ਸਥਾਨ ਕੀ ਹੈ? ਅੱਜ ਦੀ ਔਰਤ ਨੂੰ ਪੜ੍ਹਾਇਆ ਨਹੀਂ ਜਾਂਦਾ, ਨਾ ਸਕੂਲਾਂ 'ਚ ਪੜ੍ਹਾਈ ਹੈ ਇਹ, ਨਾ ਕਾਲਜਾਂ 'ਚ ਜਾਂ ਯੂਨੀਵਰਸਿਟੀਆਂ 'ਚ ਹੈ। ਇਹ ਤਾਂ ਗੁਰੂ ਨਾਨਕ ਦੇ ਸਕੂਲ, ਯੂਨੀਵਰਸਿਟੀ, ਕਾਲਜ ਇੱਥੇ ਹੀ ਹੈ ਇਹ ਪੜ੍ਹਾਈ। ਇੱਥੇ ਆਉਂਦਾ ਨਹੀਂ ਕੋਈ। ਫਿਰ ਇਹ ਕਲਯੁਗ ਹੀ ਵਰਤੂਗਾ ਤਾਂ ਹੋਰ ਕੀ ਵਰਤੂਗਾ? ਪਤੀ ਪਤਨੀ ਦੇ ਰਿਸ਼ਤੇ ਨੂੰ ਅਗਰ ਕੋਈ ਮਜ਼ਬੂਤ ਕਰ ਸਕਦਾ ਹੈ ਵੀ ਕਿਸੇ ਦਾ ਡਿਵੋਰਸ ਨਾ ਹੋਵੇ, ਕਿਸੇ ਦੇ ਮਾਂ ਬਾਪ ਰੁਲਣ ਨਾ, ਤੇ ਉਹਨਾਂ ਨੂੰ ਉਹਨਾਂ ਸਥਾਨਾਂ ਤੇ ਨਾ ਜਾਣਾ ਪਵੇ ਜਿੱਥੇ ਬਗਾਨੇ ਆਪਣੇ ਦਿਨ ਕੱਟ ਰਹੇ ਨੇ, ਬਿਰਧ ਆਸ਼ਰਮਾਂ 'ਚ। ਇਹ ਸਿੱਖਿਆ ਸਿਰਫ ਇੱਥੇ ਮਿਲਦੀ, ਟੈਲੀਵਿਜ਼ਨਾਂ 'ਚੋਂ ਨਹੀਂ ਮਿਲਦੀ। ਤੋ ਇਸ ਕਰਕੇ ਹੈ ਤੇ ਜੋ ਪ੍ਰਕਰਨ ਚੱਲ ਰਿਹਾ ਉਹਦੇ ਅਨੁਸਾਰ ਆਓ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਸਤਿਗੁਰੂ ਸੇਵ, ਸਤਿਗੁਰੂ ਦੀ ਸੇਵਾ ਤੈਨੂੰ ਉਹ ਭਰ ਮਿਲੇਗਾ। ਅਕਾਲ ਪੁਰਖ ਅਕਾਲ ਮੂਰਤ ਬਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਕਦੇ ਛੱਡੇਗਾ ਔਰ ਨਾ ਹੀ ਮਰੇਗਾ। ਅਕਾਲ ਪੁਰਖ ਅਮਰ ਹੈ, ਤੂੰ ਵੀ ਅਮਰ ਹੋ ਜਾਏਂਗੀ। ਜਾਣੀ ਜਿਗਿਆਸੂ ਨੂੰ ਉਪਦੇਸ਼ ਹੈ। ਤੇ ਇਸ ਪ੍ਰਕਾਰ ਫਿਰ ਤੂੰ ਸਤਿਗੁਰ ਸੇਵ, ਸਤਿਗੁਰਾਂ ਦੀ ਸੇਵਾ ਕਰ, ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਤੈਨੂੰ ਅਕਾਲ ਪੁਰਖ ਦੇ ਨਾਲ ਮਿਲਾ ਦੇਣਗੇ। ਸਦਾ ਹੋਵੇ, ਬੋਲਦੇ ਜੀ, ਸਦਾ ਹੋਵੇ। ਹਰ ਜੀਉ ਮਰੈ ਨ ਜਾਏ RAM, ਸਦਾ ਹੋਵੇ, ਸਦਾ ਹੋਵੇ ਸੁਹਾਗਣੀ। ਫਿਰ ਤੂੰ ਸਦਾ ਸੁਹਾਗਵੰਤੀ ਹੋਏਗੀ। ਸੁਹਾਗ ਨਾਮ ਆਨੰਦ ਹੈ। ਤੇਰਾ ਆਨੰਦ ਕਦੀ ਨਹੀਂ ਜਾਏਗਾ, ਤੂੰ ਹਰ ਵੇਲੇ ਆਨੰਦ ਵਿੱਚ ਰਹੇਂਗੇ। ਹਰ ਜੀਉ ਮਰੈ ਨਾ ਜਾਏ RAM, ਰਾਮ ਰਮੇ ਹੋਏ ਪਰਮਾਤਮਾ ਜਿਹੜਾ ਹੈ, ਰਾਮ ਹੈ ਭਾਈ, ਪਰਮਾਤਮਾ ਕਦੇ ਨਾ ਮਰਦਾ ਹੁੰਦਾ ਹੈ, ਨਾ ਕਦੇ ਉਹ ਛੱਡਦਾ ਹੁੰਦਾ ਹੈ। ਇਸ ਕਰਕੇ ਉਹਦੀ ਪਤਨੀ ਬਣ ਜਾਏ ਜੀਵ ਆਤਮਾ ਜਿਹੜੀ ਹੈ ਅਸਲ ਦੇ ਵਿੱਚ। ਇਸ ਯੁਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਾਨੂੰ ਭਾਵੇਂ ਪੁਰਸ਼ ਕਿਹਾ ਜਾਂਦਾ ਹੈ ਔਰਤਾਂ ਦੇ ਮੁਕਾਬਲੇ 'ਚ, ਪਰ ਆਤਮਾ ਰੂਪ ਹੋਣ ਕਰਕੇ ਅਸੀਂ ਵੀ ਔਰਤਾਂ ਹਾਂ। ਇੱਕ ਪਰਮਾਤਮਾ ਸ਼ਬਦ ਹੈ, ਇੱਕ ਆਤਮਾ ਸ਼ਬਦ ਹੈ। ਉਹ ਪੁਰਸ਼ਵਾਚਕ ਸ਼ਬਦ ਹੈ, ਲਿੰਗ ਪੁਲਿੰਗ ਦਾ ਫਰਕ ਹੈ। ਇਹ ਇਸਤਰੀਵਾਚਕ ਸ਼ਬਦ ਹੈ ਆਤਮਾ। ਇਹ ਆਤਮਾ ਤੇ ਪਰਮਾਤਮਾ ਦੀਆਂ ਲਾਵਾਂ ਚਾਲ, ਉਸੇ ਦੇ ਅਲੰਕਾਰ ਦੀ ਇਹ ਬਾਣੀ ਹੈ। ਬਾਲੜੀਏ ਚਾਹੇ ਕੀ ਹੈ, ਜੀਵਾਤਮਾ ਨੂੰ ਕਿਹਾ। ਇਸ ਕਰਕੇ ਫਿਰ ਉਹ ਪਰਮੇਸ਼ਰ ਨਾ ਕਦੇ ਮਰਦਾ ਹੈ ਤੇ ਨਾ ਆਉਂਦਾ ਨਾ ਜਾਂਦਾ ਹੈ, ਨਾ ਤਾਂ ਕਦੇ ਛੁੱਟਣ ਹੋਏਗੀ, ਸਦਾ ਹੀ ਅਮਰ ਹੋ ਜਾਏਂਗੇ। ਹਰ ਜੀਉ ਨ ਮਰੈ ਜਾਏ, ਗੁਰ ਕੈਸੈ ਸੁਭਾਏ। ਹਰ ਜੀਉ ਮਰੈ ਨਾ ਜਾਏ, ਨਾ ਉਹ ਉਲਾਲਾ ਹੈ ਸ਼ਬਦ ਹੈ ਇਹ, ਨਾ ਉਹ ਮਰਦਾ ਹੈ। ਪਰਮੇਸ਼ਰ ਨਾ ਕਦੇ ਤੈਨੂੰ ਛੱਡ ਕੇ ਜਾਏਗਾ। ਹਰ ਜੀਉ ਮਰੇ ਨਾ ਜਾਏ, ਗੁਰ ਕੇ ਸਾਹਿ ਸੁਭਾਏ। ਤੂੰ ਗੁਰੂ ਸਾਹਿਬ ਜੀ ਦੇ ਦਿੱਤੇ ਉਪਦੇਸ਼ ਦੁਆਰਾ ਸੁਤੇ ਸਿੱਧ ਹੀ ਉਸ ਅਕਾਲ ਪੁਰਖ ਦੇ ਅਭੇਦ ਹੋ ਜਾਏਂਗੇ। ਸਾ ਕੰਦਨ ਕੰਤ ਪਿਆਰੀ, ਸਾ ਉਹ ਧਨ ਇਸਤਰੀ ਕੰਤ ਪਤੀ ਅਕਾਲ ਪੁਰਖ ਨੂੰ ਜੀਵਾਤਮਾ ਜਿਗਿਆਸੂ ਰੂਪ ਇਸਤਰੀ ਪਿਆਰੀ ਹੋ ਜਾਏਗੀ। ਜਿਹੜੀ ਔਰਤ ਨੂੰ ਕੰਤ ਉਹਦਾ ਪਤੀ ਪਿਆਰ ਕਰਦਾ ਹੈ, ਭਾਗਾਂ ਵਾਲੀ ਹੈ, ਨਫ਼ਰਤ ਨਹੀਂ ਹੈ। ਤੇ ਇਸੇ ਤਰ੍ਹਾਂ ਹੇ ਜਿਗਿਆਸੂ ਤੈਨੂੰ ਪਰਮਾਤਮਾ ਪਿਆਰ ਕਰੇਗਾ,
ਤੈਨੂੰ ਆਪਣੇ ਸਰੂਪ 'ਚ ਥਾਂ ਦੇਗਾ, ਉਹਨੂੰ ਪਿਆਰੀ ਹੋ ਜਾਏਂਗੇ। ਸਤ ਸੰਜਮ ਸਦਾ ਹੈ ਨਿਰਮਲ, ਸਤ ਧਾਰਨ ਕਰਨਾ, ਸੰਜਮ ਇੰਦਰੀਆਂ ਦਾ ਸੰਕੋਚ ਕਰਨਾ, ਔਰ ਵਾਹਿਗੁਰੂ ਨੂੰ ਪਤੀ ਨੂੰ ਹਰ ਵੇਲੇ ਨਾਲ ਸਮਝਣਾ। ਉਹ ਨਾਲ ਹੈ ਹਰ ਵੇਲੇ। ਇਸ ਕਰਕੇ ਸੰਜਮ ਦੇ ਵਿੱਚ ਰਹਿਣਾ, ਸੰਕੋਚ ਰਹਿਣਾ, ਧਰਮ ਨੂੰ ਧਾਰਨ ਕਰਨਾ, ਇਹ ਤੇਰੇ ਵਾਸਤੇ ਕਰਤ ਹੋਣਗੇ। ਸੱਚ ਬੋਲਣਾ, ਉਹ ਮੈਲ ਤੋਂ ਰਹਿਤ ਹੈ, ਸਤ ਸਰੂਪ ਹੈ ਵਾਹਿਗੁਰੂ, ਸਦਾ ਹੀ ਨਿਰਮਲ ਹੈ। ਤੇ ਇਸ ਪ੍ਰਕਾਰ ਹੈ ਜੀ ਗੁਰ ਕੈ ਸ਼ਬਦ ਸਿੰਗਾਰੀ। ਜੇ ਤੂੰ ਆਪਣੇ ਆਪ ਨੂੰ ਗੁਰੂ ਦੇ ਉਪਦੇਸ਼ ਦੀ ਸਿੱਖਿਆ ਨਾਲ ਸਿਗਾਰ ਲਵੇਂ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤਾਰੀ, ਖਿਵਾ ਸਿਗਾਰ ਕਾਮਣ ਤਨ ਪਹਿਰੈ, ਹੋਵੇ ਲਾਲ ਪਿਆਰੀ। ਮੇਰੇ ਲਾਲ ਬਹੁ ਗੁਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ, ਕਰ ਕਰ ਕਰਤਾ ਕੰਗਣ ਪਹਿਰੈ, ਇਹ ਕੰਗਣ ਪਹਿਨਣੇ। ਸ੍ਰੀ ਰੰਗ ਸੁਰਮਾ ਦੇ ਤੇ ਇਹ ਸਾਰਾ ਕੁਛ ਹੀ ਦੱਸਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਇਉਂ ਰੱਬ ਨੂੰ ਪਿਆਰੀ ਹੋ ਜਾਏਗੀ। ਇਹ ਗਹਿਣੇ ਚਾਹੀਦੇ ਨੇ ਜਗਿਆਸੂ ਰੂਪ ਇਸਤਰੀ। ਮੇਰਾ ਪ੍ਰਭੂ ਸਾਚਾ ਸਦ ਹੀ ਸਾਚਾ, ਮੇਰਾ ਪ੍ਰਭੂ ਵਾਹਿਗੁਰੂ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ, ਅੱਗੇ ਨੂੰ ਵੀ ਸੱਚਾ ਹੋਇਆ। ਉਹ ਪ੍ਰਭੂ ਤਿੰਨਾਂ ਕਾਲਾਂ ਸੱਚਾ ਹੈ। ਮਨ ਬਾਣੀ ਸਰੀਰ ਕਰਕੇ ਉਹਨੂੰ ਸੱਚਾ ਕਹਿ। ਜਿਨ ਆਪੇ ਆਪ ਪਾਇਆ, ਜਿਨ ਆਪਣੇ ਆਪ ਤੋਂ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਹੈ, ਨਾਨਕ ਸਦਾ ਪਿਰ ਰਾਵੈ ਆਪਣਾ, ਤੇ ਸਦਾ ਹੀ ਆਪਣੇ ਪਿਰ ਪਤੀ ਨੂੰ ਉਹ ਜਗਿਆਸੂ ਰੂਪ ਇਸਤਰੀ ਰਾਵੇ ਨਾਮ ਮਨ ਦਾ ਆਨੰਦ ਮਾਣਦੀ ਹੈ, ਸਰੂਪ ਦੀ ਅਭੇਦਤਾ ਦਾ ਸੁਖ ਮਾਣਦੀ ਹੈ। ਜਿਨ ਗੁਰ ਚਰਣੀ ਚਿਤ ਲਾਇਆ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ, ਉਹ ਜਗਿਆਸਿਆਂ ਨੂੰ ਵਾਹਿਗੁਰੂ ਮਿਲਦਾ ਹੈ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਨੂੰ ਲਗਾਉਣਾ ਕੀਤਾ ਹੈ, ਉਹਨਾਂ ਨੂੰ ਮਿਲਦਾ ਪਰਮੇਸ਼ਰ ਵਾਹਿਗੁਰੂ। ਫਿਰ ਪਾਇੜਾ ਬਾਲੜੀਏ, ਫਿਰ ਪਤੀ ਨੂੰ ਇਹ ਬਾਲਕੀਏ ਤਾਂ ਪਾਏਂਗੇ। ਆਨ ਦਿਨ ਸਹਜੇ ਮਾਤੀ ਰਾਮ, ਰਾਤ ਦਿਨ ਫਿਰ ਸਹਿਜ ਗਿਆਨ ਦੇ ਵਿੱਚ ਗੜੁੱਚ ਹੋ ਜਾਏਂਗੇ, ਆਨੰਦ ਨੂੰ ਮਾਨਣਾ ਕਰੇਂਗੇ। ਗੁਰਮਤੀ ਮਨ ਅਨੰਦ ਭਇਆ, ਗੁਰੂ ਦੀ ਸਿੱਖਿਆ ਦੇ ਵਿੱਚ ਆਨੰਦ ਹੈ, ਉਹ ਤੈਨੂੰ ਪ੍ਰਾਪਤ ਹੋਏਗਾ। ਤਿਤ ਤਨ ਮੈਲ ਨਾ ਰਾਤੀ ਰਾਮ, ਉਹਨਾਂ ਦੇ ਫਿਰ ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ ਹੈ, ਅੰਤਸ਼ਕਰਨ ਵੀ ਬਸਤਰ ਜਿਹੜਾ ਨਾਮ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ। ਰੱਤੀ ਜਿੰਨੀ ਵੀ ਮੈਲ ਰਾਗ ਦਵੈਸ਼ ਦੀ, ਕਾਮ ਕ੍ਰੋਧ ਆਦਿ ਦੀ, ਉਹਨਾਂ ਨੂੰ ਨਹੀਂ ਲੱਗਦੇ। ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ, ਕਿਉਂਕਿ ਜੋ ਪ੍ਰਭੂ ਦੇ ਵਿੱਚ ਰੱਤੇ ਹੋਇਆ ਰੰਗੇ ਹੋਇਆ, ਉਹਨਾਂ ਨੂੰ ਰੱਤੀ ਜਿੰਨੀ ਵੀ ਮੈਲ ਨਹੀਂ ਲੱਗਦੀ। ਉਹ ਸਦਾ ਹੀ ਇੱਕੋ ਹੀ ਰੰਗ, ਅਠੇ ਪਹਿਰ ਇੱਕ ਤੈ ਰੰਗ, ਇੱਕੋ ਹੀ ਰੰਗ ਵਾਹਿਗੁਰੂ ਦੇ ਨਾਮ ਦਾ ਹੈ। ਮੇਰਾ ਪ੍ਰਭ ਮੇਲ ਮਿਲਾਏ, ਮੇਰਾ ਪ੍ਰਭੂ ਉਹਨਾਂ ਨੂੰ ਪਹਿਲਾਂ ਗੁਰੂ ਦੇ ਮੇਲ ਵਿੱਚ ਮਿਲਦਾ ਹੈ, ਤੇ ਗੁਰੂ ਦੁਆਰਾ ਫਿਰ ਆਪਣੇ ਵਿੱਚ ਮੇਲ ਲੈਂਦਾ ਹੈ। ਦਿਨ ਰਾਵੇ ਹਰ ਪ੍ਰਭ ਆਪਣਾ, ਉਹ ਰਾਤ ਦਿਨ ਆਪਣੇ ਪ੍ਰਭੂ ਨੂੰ ਰਾਵੇ ਆਨੰਦ ਮਾਣਦੀ ਹੈ ਜਗਿਆਸੂ ਰੂਪ ਇਸਤਰੀ। ਵਿੱਚੋਂ ਆਪ ਗਵਾਏ, ਪਰ ਜੇ ਵਿੱਚੋਂ ਹੰਗਤਾ ਗਵਾ ਦਿੱਤੀ ਹੈ, ਹਉਮੈ ਨੂੰ ਗਵਾ ਦਿੱਤਾ ਹੈ। ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇ ਹਉ ਨਾਹੀਂ, ਬੂਝੋ ਗਿਆਨੀ ਬੂਝਣਾ, ਇਹ ਅਕਥ ਕਥਾ ਬਣਵਾ। ਹਉ ਹਉ ਮੈਂ ਵਿੱਚੋਂ ਖੋਵੇ, ਦੂਜੇ ਮੇਟੇ ਏਕੋ ਹੋਵੇ। ਇਹ ਹਉਮੈ ਨੂੰ ਵੇਟਣਾ ਹੋਏਗਾ। ਗੁਰਮਤਿ ਪਾਇਆ ਸਹਿਜ ਮਿਲਾਇਆ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਸਿੱਖਿਆ ਨੂੰ ਪਾ ਲਿਆ ਤੇ ਸਹਿਜ ਗਿਆਨ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੇ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਆਪਣੇ ਪ੍ਰੀਤਮ ਰਾਤੀ, ਉਹ ਆਪਣੇ ਪ੍ਰੀਤਮ ਪ੍ਰੇਮ ਪ੍ਰੀਤ ਦੇ ਅਸਪਤ ਰੂਪ ਵਾਹਿਗੁਰੂ ਪਰਮੇਸ਼ਰ ਪਿਆਰੇ ਦੇ ਨਾਲ ਉਹਦੇ ਪ੍ਰੇਮ ਦੇ ਵਿੱਚ ਰੰਗੀ ਗਈ ਹੈ ਜਗਿਆਸੂ ਰੂਪ ਇਸਤਰੀ। ਨਾਨਕ ਨਾਮ ਮਿਲੈ ਵਡਿਆਈ, ਉਹਨਾਂ ਨੂੰ ਫਿਰ ਨਾਮ ਜਪ ਕੇ ਜਸ ਮਿਲਦਾ ਹੈ ਲੋਕ ਪਰਲੋਕ ਦੇ ਵਿੱਚ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਸੱਚੇ ਮਾਰਗ ਚੱਲਦੇ ਹੋ ਉਸਤਤ ਕਰੇ ਜਹਾਨ, ਸੰਸਾਰ ਉਹਨਾਂ ਦੀ ਵਡਿਆਈ ਕਰਦਾ ਹੈ। ਪ੍ਰਭ ਰਾਵੈ ਰੰਗ ਰਾਤੀ, ਜਿਹੜੇ ਪ੍ਰਭੂ ਦੇ ਰੰਗ ਦੇ ਵਿੱਚ ਰਤੀ ਹੋਈ ਹੈ ਜਗਿਆਸੂ ਰੂਪ ਇਸਤਰੀ, ਆਨੰਦ ਦੇ ਵਿੱਚ
ਸ਼ਬਦ ਦੁਆਰਾ ਰੰਗੀ ਗਈ ਹੈ। ਫਿਰ ਰਾਵੈ ਰੰਗ ਰਤੜੀਏ, ਉਹ ਫਿਰ ਪਤੀ ਦੇ ਰੰਗ ਆਨੰਦ ਨੂੰ ਉਹੀ ਮਾਣਦੀ ਹੈ। ਫਿਰ ਕਾ ਮਹਿਲ ਤਿਨ ਪਾਇਆ RAM, ਉਹਨਾਂ ਨੇ ਪਤੀ ਦਾ ਮਹਲ ਨਾਮ ਸਰੂਪ ਦਾ ਵਾਹਿਗੁਰੂ ਦਾ ਸਰੂਪ ਅਕਾਲ ਪੁਰਖ ਦਾ ਪਾ ਲਿਆ ਹੈ। ਸੋ ਸਹੋ ਅਤ ਨਿਰਮਲ ਦਾਤਾ, ਉਹ ਸੌ ਪਤੀ ਪਰਮਾਤਮਾ ਉਹ ਦਾਤਾ ਵੀ ਹੈ, ਮੈਲ ਤੋਂ ਰਹਿਤ ਸੁਧ ਸਰੂਪ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਰੋਜੀ ਦੇਹੰਦ ਹੈ ਉਹੀ ਰੋਜੀ ਦੇਣੇ। ਬਿਸੰਬਰ ਜੀਵਨ ਕੋ ਦਾਤਾ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੂ ਮਾਰਗ ਨਾਹੀ, ਕਹਿ ਤੰਨਾ ਪੂਰਨ ਤਾਉ ਕਿ ਮਤ ਜੇ ਜੀ ਜਰਾਹੇ। ਮਤ ਰੇ ਜੀ ਡਰਾਹੇ, ਕਾਹਦੇ ਲਈ ਡਰਦਾ ਹੈ? ਉਹ ਪੱਥਰਾਂ ਦੇ ਚ ਕੀੜਿਆਂ ਨੂੰ ਵੀ ਪਾਲ ਰਿਹਾ ਹੈ, ਐਸਾ ਰੋਜੀ ਦੇਹੰਦ ਹੈ। ਭੋਗਤ ਹੈ ਜਲ ਮੈਂ ਥਲ ਮੈਂ ਪਲ ਹੈ, ਕਲ ਕੇ ਨਹੀਂ ਕਰਮ ਵਿਚਾਰ ਹੈ, ਐਸਾ ਪਰਮੇਸ਼ਰ ਹੈ। ਹਾਂਜੀ, ਜਿਨ ਵਿੱਚੋਂ ਆਪ ਗਵਾਇਆ RAM, ਜਿਨ੍ਹਾਂ ਨੇ ਵਿੱਚੋਂ ਆਪਣਾ ਆਪਾ ਹੰਕਾਰ ਗਵਾ ਦਿੱਤਾ ਹੈ ਤੇ ਉਹਨਾਂ ਨੂੰ ਭਾਈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਿਨ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਰ ਪਾਇਆ, ਤੇ ਜਦੋਂ ਵਿੱਚੋਂ ਮੋਹ ਚੁਕਾ ਦਿੱਤਾ, ਵਿੱਚੋਂ ਮੋਹ ਚੁਕਾਇਆ ਤਾਂ ਹਰ ਭਾਇਆ ਪਰਮੇਸ਼ਰ ਨੂੰ ਤਾਂ ਚੰਗਾ ਲੱਗੇਗਾ। ਜਿਹੜਾ ਮੋਹ ਹੈ ਇੱਕ ਉਹ ਮਹਾ ਦਲਦਲ ਹੈ, ਤੇ ਜੇ ਕਿਸੇ ਨੇ ਇਹ ਦਲਦਲ ਵੇਖੀ ਹੋਵੇ ਕਿਸੇ ਸਮੇਂ, ਹੁਣ ਤਾਂ ਹੈ ਨਹੀਂ, ਨਜ਼ਰ ਨਹੀਂ ਆਉਂਦੀ ਜ਼ਿਆਦੇ। ਜਦੋਂ ਗੋਦਾਵਰੀ ਨੂੰ ਪੁਲ ਨਹੀਂ ਸੀ ਬੰਨਿਆ ਹਜ਼ੂਰ ਸਾਹਿਬ, ਉਹ ਪੁਲ ਅਜੇ ਮਿਲਿਆ, ਉਦੋਂ ਫਿਰ ਤੁਰ ਕੇ ਜਾਂਦੇ ਸੀ ਵਿੱਚ, ਪਰ ਦਲਦਲ ਇਹੀ ਜਿਹੀ ਭਿਆਨਕ ਸੀ। ਉੱਥੇ ਘੋੜ ਸਵਾਰ ਘੋੜੇ ਸਵੇਤ ਵੀ ਉਹਦੇ ਵਿੱਚ ਦਲਦਲ ਦੇ ਵਿੱਚ ਖੁੱਭ ਕੇ ਮਿਰਤੂ ਨੂੰ ਪ੍ਰਾਪਤ ਹੋ ਗਿਆ, ਨਿਕਲ ਨਹੀਂ ਸਕਿਆ, ਨਾ ਘੋੜਾ ਨਾ ਘੋੜ ਸਵਾਰ। ਬੰਦਾ ਜਿਹੜਾ ਦਲਦਲ ਵਿੱਚ ਫਸ ਜਾਂਦਾ ਸੀ, ਉਹ ਪੈਰ ਦੂਜਾ ਚੱਕਦਾ ਕੱਢਣਾ ਤਾਂ ਖੁੱਭਦਾ ਖੁੱਭਦਾ ਵਿੱਚ ਹੀ ਮਰ ਜਾਂਦਾ ਸੀ। ਇਹਦੇ ਨਾਲੋਂ ਵੀ ਭਿਆਨਕ ਮੋਹ ਦੀ ਦਲਦਲ ਹੈ। ਪੰਕ ਚਿੱਕੜ ਦਾ ਨਾਮ ਹੈ, ਪੰਕ ਜੋ ਮੋਹ ਪਗ ਨਹੀਂ ਚੱਲੈ। ਉਹ ਚਿੱਕੜ ਦਲਦਲ ਕਾਹਦੀ ਹੋਈ ਜਿਹੜੀ ਤੁਰਨ ਦੇ ਦੇਵੇ? ਇਹ ਮੋਹ ਪਰਿਵਾਰ ਦਾ, ਬੱਚਿਆਂ ਦਾ, ਦੇਹ ਦਾ, ਵਿਸ਼ਿਆਂ ਦਾ, ਰੱਬ ਦੇ ਵਾਲੇ ਪਾਸੇ ਨੂੰ ਇੱਕ ਵੀ ਕਦਮ ਸੰਕਲਪ ਵਿਕਲਪ ਰੂਪੀ ਕਦਮ ਮਨ ਦੇ ਉਧਰ ਨੂੰ ਪੁੱਟਣੇ ਨਹੀਂ ਦਿੰਦਾ। ਉਹਨੇ ਕਦਮ ਪੜੇ ਹੋਏ ਨੇ ਸੰਕਲਪ ਵਿਕਲਪ, ਹੁਣ ਮੋਹ ਦੇ ਸੰਕਲਪ ਕਰੂਗਾ ਚਾਹੇ ਪਰਮਾਤਮਾ ਦੇ ਮਿਲਣ ਦੇ ਕਰੂਗਾ। पंख जो मोह पग नहीं चल रहे, हम देखा तो डूबी वाले डुबना हो रहा है। इस करके अंदरों जिनका मोह टूटा, जिनका शब्द सच्चे सवारिया। ते मोह ऐसा प्रबल है, जदों वशिष्ठ मुनि खुदकशी करके मरन लगा ना, उस वेले बड़ा एक अजीब किस्म का समा से भी ये 3 बारी खुदकशी करनी चाहिए ने। पहला एक पहाड़ों के विचों नदी आउंदी सी, उहदे विच इहने सोचा भी मैं फांसी लैके गल दे विच इस तरह पा के ना ये मरन लगा नदी दे च लमक के। परमेश्वर ने वो पानी की शक्ति दे नाल पानी ने वो फाही टाण तोड़ दी, जिहड़ा बन्निया सी वो टुट गई फांसी। संस्कृत दे विच विपास नाम फाही दा है, उहदे नां ते ही एक नदी अज तक वगदी है, उहदा नाम सी विपास होण तो विपासा सी उहदा नाम। ग्रंथां च अज भी संस्कृत विपासा ही है उहदा नाम, उहनूं हुण व्यासा कहने हैं, हुण दे बिगड़े हुए शब्द विच उहदा नाम व्यास है। विपास सी है, फांसी तोड़ी सी। वशिष्ठ मुनि दे 100 पुत्र मरे सी, मोह दे विच आके फा लिया सी। इन्हें कहा भी इत्थे तक कामयाबी नहीं मिली, इन्हें दूसरी बार एक होर पानी बहुत देखा भी तेज बगदा है, उत्थे डुब के मरना चाहया। तो परमात्मा दे भै दे विच दरिया वगदे, भै विच चलै लख दरिया। महाराज ने कहा दरियावा 100 टुकड़े हो जा, मैं ऋषि डुबना नहीं है। वो 100 टुकड़े हो गया, 100 धारा होके बग पिया। ते उस नूं संस्कृत कहने सतद्रव, महाराज ने भी यही शब्द बोलिया, सतद्रव तीर तरंग। महाराज ने उत्थे ग्रंथ पूरा कीता सी ना,
ते उस नूं साडी बोली च कहंदे सतलुज। लुज नाम लहर दा है, सतनाम 100 दा है, 100 टुकड़ियां विच होया सी। ते सतद्रव दा अर्थ भी यही है, 100 थावां ते द्रवीभूत हो गया सी, उन्होंने ना डूब सके। उन्हें कहा परमात्मा मैं कहा जा बदकिस्मत हाँ, ते मैं मरना चाहना ते मैं मरिया भी नहीं जा रहा, जीना मैं चाहता नहीं। ते 2 बारी ते परमेश्वर ने देखा भी ये अज्ञानियां वाली क्रिया कर रहा है। तीसरी बार जाके ने कहा भी चलो हुण पानी दा खैड़े ही छड्डो। इहने एक पहाड़ी चुन लई, वो पहाड़ी दे नाल जोर दी जदों मत्था मारन लगा ना भी मत्था फोड़ दियां जोर दी मार के, आकाशवाणी होई ऋषि देखी किते पहाड़ी नूं अपमानित ना कर दें, ये बड़ी पवित्र है। महाराज क्या कहा आपने? कहते इत्थे खुदकशी करन लग्या तू। पहली बात खुदकशी करना मेरे हुक्म दी अदोली, मेरे हुक्म तो बाहर होके जिहड़ा खुदकशी करदा है ओनू रहिंदी दुनिया तक मैं दुखां दे घेरे विच पा देना। जेड़े दुख तो डर के वो खुदकशी करन लगे ना, मुड़ के जिन्नी देर तक सृष्टि है उन्नी देर तक दुखी रहूगा। सारे संसार दे मारन जिन्ना पाप मैं ओदे जुम्मे मरूंगा जेड़ा खुदकशी करके मरूगा। आत्मघाती है जगत कसाई, बता संसार दा कसाई है। ते तू ऋषि हो के आ की कर दे? तेनू पता है इस पहाड़ी दे उत्ते मैं एक नवा पंथ साजना है कलयुग दे समय दे अंदर, ते तू त्रेते दे विच पहाड़ी नू अपवित्र ना कर। ये आनंदपुर साहब वाली पहाड़ी दी बात है जी। ये पहाड़ी नूं तो लोग मत्थे टेकणगे। क्या है ईश्वर मेरे तो भुल हुई, मैं खुदकशी करन लगा सी मोह दे बस हो के, पर मैं करां कि मेरी कुल नाश हो गई। कहन लगे कोई बात नहीं, तेरे घर वाली अनिरुद्धि जिहड़ी है इहदे घर वाली दा ओहदे गर्भ दे विच बच्चा है, तेरी कुल चला दूंगा मैं उस तो। उन्हें पहाड़ी नूं नमस्कार कीती महर्षि ने, और जिन्ना च रहा उस पहाड़ी दा सत्कार करदा रहा। और उन्हें कहा सी हे राम मेरा जदों शरीर शांत हो जाए मैनू इस सतलुज दे विच 2.5 पौड़ियां राम जी ने सोने दियां बना के अपने गुरुदेव दा स्नान कराया सी। ये जगह की पवित्रता सी, इस करके फिर वो जगह नूं सतलुज नूं पतालपुरी नाम दिता गया। वो उत्थे जाके रहा फिर ऋषि कुछ। ते उसे थां ते आनंदपुर साहब गुरु गोबिंद सिंह साहब ने खालसे की सिरजना की। 6वें पातशाह इत्थे लंघे जांदे सी। एक बारी जांदे जांदे भाई विधि चंद नाल 4 जंग समाप्त हो गए। कीरतपुर साहब वाले पासे नूं जांदियां जांदियां घोड़े ते जा रहे सी। महाराज साहब जी ने दोवें हाथ जोड़ के इस पहाड़ी वाल नूं नमस्कार कर दिती, मत्था टेक दिता। भाई विधि चंद कहन लगे महाराज ना कोई उत्थे ऋषि बैठा है ना कोई धार्मिक स्थान है, ये तुसी महाराज पहाड़ी नूं मत्था टेक दिता। कहंदे नहीं पहाड़ी नूं मत्था नहीं टेकिया, मैं उस करतब नूं मत्था टेकिया है। इस पहाड़ी दे उत्ते मेरे अंश वंश मेरे पोतरे ने खालसा पंथ की सिरजना करनी है इस पहाड़ी ते। इसलिए मैं अकाल पुरख के उस हुक्म नूं अज मत्था टेकिया है। गुरु हरगोबिंद साहब ने नमस्कार की सी जांदे जांदे। इस करके साध संगी ते जो मोह जिहड़ा है मोह दे वस हो के ये ऋषि ऐसा करन लगा सी। ऋषि मुनि इकट्ठे होए, इकट्ठे हो के हुण भाईचारा ही हुंदा, कदे बराबर दे श्री इकट्ठे होके कहण लगे वशिष्ठ जी एक सवाल है तुहाडे ते जी दसो। कहंदे जिहड़ा ब्रह्म ज्ञानी है वो कदी खुदकशी नहीं कर सकदा। तुसीं ब्रह्म ज्ञानी भी हो, रामचंद्र दे गुरु हो, लेकिन खुदकशी करना तो ज्ञानियों का काम है। हुण तुहानूं असीं ज्ञानी मन्नीए कि अज्ञानी मन्नीए? भाईचारा ही हुंदा, दे जवाब।
भाईचारे ने फसा लिया वशिष्ठ जी नूं। उस वेले वशिष्ठ मुनि ने जवाब दिता, कहंदे हे ऋषियो मोह बड़ा परवल है। पहला शब्द है। कहंदे जी ठीक है मोह परवल है, लेकिन अज्ञानियों वास्ते ज्ञानी वास्ते ज्ञानवान ये कुछ कर नहीं सकता। यह है आत्म विमुखता। वो संस्कृत के शब्द ने। तुहानू आत्म विमुखता किवें आ गई? तो उत्थे वशिष्ठ मुनि कहंदा हे ऋषि जनो, हे संतो, आत्म विमुखता दो प्रकार की है, एक अज्ञानी की एक ज्ञानी की। जी ये क्या बात? कहंदे अज्ञानी तो सदा ही आत्म विमुखता च मर जाता है, वो सारी उम्र ही आत्म विमुखता च रहिंदा है। पर जिहड़ा ज्ञानवान है, कहंदे व्यवहार काल में जदों कोई घटना, व्यवहार काल में ज्ञानी को भी आत्म विमुखता आ जाती है, पर फर्क ही नहीं है, वो अपने आप नूं संभाल लैंदा है, उन्होंने किसी की धीरज देने की लोड़ नहीं। वो जदों ज्ञान नूं जागत करदा, ओहो मैं भुल दे विच एवें पछतावा कीता, वो आप ही संभल जांदा। ये अज्ञानी दूजे दे सवाए ते नहीं समझदा। इस करके है ते ये जिहड़ा मोह है, इसने तां व्यास वर्गे ऋषिया ने एवें तो नहीं पुराणा च कहानियां लिखियां, वशिष्ठ वर्गे जिहड़े मोह ने ग्रस ले। तो इस करके जे मोह नूं त्यागे, किथे पंक्ति मोह वाली है, हाँ जी, विचों मोह चुकाया, जिन्हां ने मोह चुक दिता है हिरदे दे विचों पदार्थां दा, विषय विकारां दा, परिवार दा। हर कामन मन भाणी जा हर भाया। कहंदे इहदे च 99 रीत है, जां विचों मोह चुकाया हर भाया, फिर वाहिगुरू नूं पा गया वो जग्यासू। हुण बोलो जी। हर कामन मन भाणी, ओ कामन जग्यासु रूप इस्त्री हरि परमेश्वर दे मन नूं पा गई, चंगी लगदी है। आंदन गुण गावे नित साचे, वो सच्चे वाहिगुरू दे गुण हर वेले गाउंदी है, उठदियां बहिंदियां परमात्मा दा नाम चिंतन करदी है जग्यासु रूप इस्त्री। कथे अकथ कहानी, फिर ओ कथे अकथ कहानी। लाउण इत्थे एक सिद्धांतक घुंडी है गुरु प्यारिओ। परमात्मा है अकथ। हुण गुरबाणी च ले अकथे का, जदों अकथ कहता इहदा अर्थ है भी जिहड़ा कथया ना जावे। अकथे का क्या कथी है भाई? हुण इत्थे लिखिया है भी ओ अकथ नूं कथो। इहनूं सिद्धांत घुंडी कहंदे न। ये संप्रदा दी विद्या तो बिना खुलदियां ने घुंडियां। मैं ये भी बेनती करदे टीकियां च भी नहीं खुलणियां। ये जिहड़ी परंपरा गुरु गोबिंद सिंह साहब ने तोरी है, उस तो बिना कुंडियां नहीं खुलदियां। ये ऐसा है भी जिहड़ा अकथ है वो शक्ति वृत्ति करके तो अकथ नहीं है, लेकिन लखना वृत्ति करके कथन दे विच आउंदा है। हुण लखना वृत्ति की है ते शक्ति वृत्ति की है? ये तो वृत्तियां नूं भाई ये PhD की पढ़ाई कहने, जिमें इधर दूए पासे PhD दी है ना, ये पढ़ाई इस तरह की है। कली कली गल अगे तो अगे अगे तो खुलना, फिर समा भी तो है भी आप समय अनुसार समाप्ति करनी है। तो इस करके है लखना वृत्ति उसनूं कहंदे है जिहदे लक्षण कीता हुंदा है। मान लो भी मैं अपनी देश का ही प्रमाण देना, दिल्ली तो अमृतसर नूं रोड जांदा है ना, रास्ते किसी भी शहर की कल्पना कर लो, चलो मान लो भी खन्ना है, गोबिंदगढ़ है, इस तरह का कोई भी कल्पना ही करनी है। तो कोई बंदा खन्ने रहिंदा है, उन्हें कहता भी तू कित्थे रहना है? कि मैं खन्ने रहना है। कहते जी दसो भी मैनूं एड्रैस दिओ। कहता जदों तू इधरों आएगा ना गोबिंदगढ़ वाले पासे, बस गोबिंदगढ़ लंघदियां खन्ने तो पहले ऐन सड़क के उत्ते मेरा घर है। हुण तुसीं दसो भी सड़क के उत्ते घर होऊगा, कोई गड्डी लंघूगी? सड़क के उत्ते तो घर ही नहीं हो सकता। हुण शब्द की शक्ति वृत्ति कहती है भी सड़क के उत्ते घर है, ते हुण लखना वृत्ति नाल समझ आऊगा। लखना वृत्ति दे की हुंदा है, उत्थे फिर शक्ति वृत्ति दा जिहड़ा ओहदे कहा भी जिहड़ा शब्द दा ते लखना वृत्ति द्वारा ओहदे संबंधी दा ग्रहण करना है। भाव की है, ओहदा संबंधी कौन है? सड़क दा किनारा, सड़क दा उत्ता नहीं,
किनारा किनारा समझिया लखना बिरती द्वारा सारी समझते हो तुसी। जे कोई कह दे एन सड़क के उत्ते मेरा घर है, तुसी कहा उन्होंने भी भाई साहब घर का उत्ते हो ही नहीं सकता, उस वेले थोड़ी कि लखना बिरती काम करती है। नहीं, यदा मतलब सड़क के किनारे समझ जाने, उत्थे पहुँच जाने, इनू कहते लखना। ये सौखे तरीके नाल समझाया। सो इस तरह परमात्मा लखना बिरती द्वारा समझ आता है, जिमें सत चेतना आनंद सत गुर प्रसाद, ये लखना बिरती है, शक्ति बिरती द्वारा नहीं समझ। सो इस करके है उस नूं लखना बिरती द्वारा कथे, जिहड़ा अकथ है वाहिगुरु जुग चारे साचा एको वरतै, चारे जुगां च एको वाहिगुरु वरत रहा सारे। बिन गुर किनै ना पाया, पर गुरु तो बिना किसी ने अज तक वाहिगुरु नहीं प्राप्त किया है। नानक रंग रावै रंग राती, नानक रंग रवै रंग राती। महाराज साहब जी कहते जिहड़े प्रेम रंग दे विच जग्यासू रूप इस्त्री रंगी गई, वो फिर उस रंग दे विच आके उन्होंने उचारण करदी, रवै ना उचारण करदी, ते उहदा तन मन परमात्मा दे रंग दे विच रंगिया गया। नानक रंग रवै रंग राती, उन्होंने नाम दा रंग काया रंगण जेठिया प्यारे, पाईया नौ मजीठ, रंगण वाला जे रंग है साहिब, ऐसा रंग ना डीठ, जिनके चोले रतड़े प्यारे, कंत तिना के पास, धूड़ तिना की जे मिले जी, कहो नानक की अरदास। इस करके दसिया है जिन हर सेती चित लाया, जिन्हां ने हरि परमेश्वर दे सेती नाल अपने चित नूं लाया। चित जिहड़ा है ये अंतशकरण दी जिहड़ी बिरती है, चार बिरतियां न अंतशकरण दी। अंतशकरण की जो बिरती कल्पना रूप होंदी है उदों मन कहा जाता है। जदों अंतशकरण की बिरती जिहड़ी है वो चिंता रूप धारण करती है, उन्हें चित्त कहा जाता है। और जदों अंतशकरण की बिरती निर्णय करन वाली हो जाती है, गल ठीक है जां गलत है की है, तो उस वेले उन्होंने बुद्ध कहा जाता है। अंतशकरण की बिरती है ये, जिन्होंने बुद्ध कहने हैं, और कोई अंदर वस्तु नहीं बैठी, जिन्होंने बुद्ध कहने बुद्ध विलीन हो गई, निर्णय करने वाली शक्ति विलीन हो गई। ते जिहदे विच फिर मैं मेरी दा भाव फुरदा, वो हंकार है। अंग पावे ये चार बिरतियां न, मन बुद्ध चित अहंकार, चतुष्ट अंतः करना उहदा एक हिस्सा है। बस ये समझ लो भी अंतशकरण की बात है। ते चित्त जिहड़ा है परमेश्वर दे नाल चित मिलण लग गई। रागी सिंह शब्द पढ़दे सी जदों दास आ रहा सी, उदों बाद उन्होंने मित्र प्यारे वाले शब्द पढ़े, नानक चिंता मत करो चिंता तिसी है। चिंता जिहड़ी है चिंतन दे थान ते चिंतन करना, पर सानू सुभाव चिंता करन दा है जी की करिए, चिंता करिया नहीं हुंदी, अपने आप हो जाते। नहीं नहीं भाई, अपने आप नहीं हुंदी, अज्ञान कराउंदा है। ते अज्ञान नू दूर कर दिओ, चिंता दूर हो जाएगी नाल। शब्द दा दीवा लो, शब्द दा चानना लो, ते शब्द का दीपक जदों हिरदे भी जग पिया, चानना हो गया, हिरदे हनेरा पिया, इस करके चिंता हो रही है। कोई बड़ी तो बड़ी चिंता साडे गुरु साहब के नेड़े नहीं आई, क्योंकि अज्ञान नहीं नेड़े आया। बंद बंद कट्टे गए, खोपर लै गए, नीहां च खड़ गए, पानी चो उबाले गए, आरे ना चीरे गए, चिंता फिर भी नेड़े नहीं आई, शब्द चलता रहा। तो इस करके है एनु चित कहते हैं, जिन्हों ने चितवनी वाहिगुरु नाल ला ली है। कामन मन सोहलड़ा, कामन जीव रूप स्त्री जिज्ञासु रूप, उन्हों दे मन बड़ा ही आनंद है। साजन मिले प्यारे राम, जदों राम रमे हुए प्यारे अकाल पुरख वाहिगुरु जी सज्जन रूप दे विच पति रूप दे विच मिले तां आनंद प्राप्त होया। गुरमति मन निर्मल होवा, गुरु दी सिक्ख्या द्वारा मन जिहड़ा शुद्ध हो गया, जिहड़ा मिलन सी गुरु दी सिक्ख्या दे साबण ने उजल कर दिता है। राख्या और धारे राम, राम रमे होए परमेश्वर वाहिगुरु नूं ओनू हर राख्या और धारे और हिरदे दे विच धारण करके रखिया। शब्द जिहड़ा सी हिरदे दे विच बस गया है। राम नाम उर्मै गयो जाके सामने कोई,
ਹਿਰਦੇ 'ਚ ਬਸ ਗਿਆ। ਹਰ ਰਾਖਿਆ ਔਰ ਧਾਰੇ, ਹਰੀ ਪਰਮੇਸ਼ਰ ਜਦੋਂ ਹਿਰਦੇ 'ਚ ਧਾਰਨ ਕਰਕੇ ਰੱਖਿਆ, ਆਪਣਾ ਕਾਰਜ ਸਵਾਰੇ। ਉਹਨੇ ਫਿਰ ਮੁਕਤੀ ਰੂਪੀ ਕਾਰਜ ਆਪਣਾ ਭਾਈ ਸਵਾਰ ਲਿਆ ਹੈ। ਗੁਰਮਤੀ ਹਰ ਜਾਤਾ, ਗੁਰੂ ਦੀ ਮੱਤ ਦੁਆਰਾ ਹੀ ਉਹ ਜਾਣਿਆ ਜਾਂਦਾ ਹੈ। ਗੁਰੂ ਦੀ ਮੱਤ ਤੋਂ ਬਿਨਾਂ ਜਾਣਿਆ ਨਹੀਂ ਜਾਂਦਾ। ਔਰ ਗੁਰੂ ਦੀ ਮੱਤ ਦੁਆਰਾ ਹੀ ਨਾਮ ਜਪਿਆ ਸਫਲਾ ਹੁੰਦਾ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਮਨ ਮੁਖ ਹਰ ਹਰ ਕਰ ਸਕੇ, ਮੈਲ ਨਾ ਸਕੀ ਤੋਏ। ਇਸ ਪ੍ਰਕਾਰ ਦੱਸਿਆ ਹੈ। ਪ੍ਰੀਤਮ ਮੋਹਿ ਲਿਆ ਮਨ ਮੇਰਾ, ਮੇਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਨੇ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ, ਮੇਰਾ ਮਨ ਮੋਹ ਲਿਆ, ਮੋਹਨ ਮੋਹ ਲਿਆ ਮਨ, ਮੇਰਾ ਮਨ ਮੋਹ ਲਿਆ ਹੈ। ਪਾਇਆ ਕਰਮ ਵਿਧਾਤਾ, ਉਹ ਕਰਮ ਫਲ ਦੇਣ ਵਾਲਾ, ਫਲ ਪ੍ਰਦਾਤਾ, ਤੇ ਉਹ ਪਾਇਆ ਪ੍ਰਾਪਤ ਕਰ ਰਿਹਾ। ਜਿਹੜਾ ਕਰਮਾਂ ਦਾ ਫਲ ਦਿੰਦਾ ਉਹ ਪ੍ਰਾਪਤ ਹੋ ਗਿਆ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਸਤਿਗੁਰਾਂ ਦੀ ਸੇਵਾ ਕਰਕੇ ਸਦੀਵ ਕਾਲ ਲਈ ਸੁਖ ਪ੍ਰਾਪਤ ਹੋ ਗਿਆ। ਸਦਾ ਸੁਖ, ਨਿਤ ਸੁਖ। ਅਨਿਤ ਸੁਖ ਤਾਂ ਸਾਰੇ ਪਦਾਰਥਾਂ, ਜੇ ਪਦਾਰਥ ਸਾਰੇ ਅਨਿਤ ਰੂਪ ਨੇ, ਨਿਤ ਰੂਪ ਨਹੀਂ ਹੈ, ਹਮੇਸ਼ਾ ਨਹੀਂ ਰਹਿੰਦੇ। ਇਸ ਕਰਕੇ ਫਿਰ ਜੇ ਸੁਖ ਨੂੰ ਚਾਹੁੰਦੇ ਆ ਤਾਂ ਮਾਰੇ ਕਹਿੰਦੇ ਜੋ ਸੁਖ ਕੋ ਚਾਹੈ ਸਦਾ, ਸਰਨ ਰਾਮ ਕੀ ਲਹੇ, ਭਾਈ ਰੇ ਸੁਖ ਸਾਧ ਸੰਗ ਪਾਇਆ। ਇਹ ਨਿਤ ਸੁਖ ਹੈ। ਪਰਮਾਤਮਾ ਨਿਤ ਹੈ, ਉਹਦੀ ਪ੍ਰਾਪਤੀ ਦਾ ਸੁਖ ਵੀ ਨਿਤ ਹੈ। ਇਹ ਜਿਹੜੇ ਬਾਕੀ ਦੇ ਸੁਖ ਨਿਮਕ ਕਾਮ ਸਵਾਦ ਕਾਰਨ ਕੋੜ ਦਿਨਸ ਦੁਖ ਪਾਵੇ, ਘਰੀ ਮੋਹਤ ਰੰਗ ਮਾਣਾ, ਫਿਰ ਬਹੁਰ ਬਹੁਰ ਪਛਤਾਵੇ। ਇਹ ਕਾਹਦੇ ਸੁਖ ਨੇ? ਮਲੀਨਤਾ ਹੈ ਇਹਦੇ ਵਿੱਚ, ਉਹਦੇ 'ਚ ਆਨੰਦ ਹੀ ਆਨੰਦ ਹੈ। ਹਰ ਵਸਿਆ ਮਨ ਮੁਰਾਰੇ, ਮੁਰ ਦੈਤ ਨੂੰ ਮਾਰਨ ਵਾਲਾ, ਉਹਨਾਂ ਦੇ ਹਿਰਦੇ 'ਚ ਬਸ ਗਿਆ। ਮੁਰ ਅਗਿਆਨ ਰੂਪੀ ਦੈਤ ਨੂੰ ਮਾਰਨ ਵਾਲਾ ਉਹਨਾਂ ਦੇ ਹਿਰਦੇ 'ਚ ਬਸ ਗਿਆ ਹੈ। ਨਾਨਕ ਮੇਲ ਲਈ ਗੁਰ ਆਪਣਾ, ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਨਾਨਕ ਮੇਲ ਲਈ ਗੁਰ ਆਪਣੇ। ਉਹ ਜਗਿਆਸੂ ਰੂਪ ਇਸਤਰੀ ਮੇਲ ਲਈ ਹੈ। ਕਿਸ ਤਰ੍ਹਾਂ ਮੇਲ ਲਈ ਹੈ? ਜਿਹੜੇ ਗੁਰੂ ਦੇ ਨਾਲ ਲੜਿਆ, ਗੁਰੂ ਦੇ ਲੜ ਲੱਗ ਗਏ ਹੈ ਤੇ ਗੁਰੂ ਦੀ ਸਿੱਖਿਆ ਦੇ ਲੜ ਲੱਗ ਗਏ ਹੈ। ਨਾਨਕ ਮੇਲ ਲਈ ਗੁਰ ਆਪਣੇ। ਉਹ ਆਪਣੇ ਗੁਰੂ ਨੇ ਪਰਮਾਤਮਾ ਦੇ ਨਾਲ ਉਹਨਾਂ ਨੂੰ ਮੇਲ ਲਿਆ ਹੈ। ਗੁਰੂ ਵਾਲੇ ਬਣੇ, ਗੁਰੂ ਦੀ ਮੱਤ ਅਨੁਸਾਰ ਨਾਮ ਜਪਿਆ, ਅੰਮ੍ਰਿਤ ਛਕਿਆ, ਰਹਿਤ ਵਹਿਤ ਰੱਖੀ, ਕ੍ਰਹਿਤਾਂ ਤੋਂ ਬਚ ਕੇ ਰਹੇ। ਬੱਜਰ ਕ੍ਰਹਿਤਾਂ ਤੋਂ ਵੀ ਬਚਣਾ, ਜਿਹੜੀਆਂ ਛੋਟੀਆਂ ਰਹਿਤਾਂ ਨੇ ਉਹਨਾਂ ਤੋਂ ਵੀ ਬਚਣਾ। ਬੱਜਰ ਕ੍ਰਹਿਤਾਂ ਦਾ ਚਾਰਨ ਹੁੱਕਾ ਹਜ਼ਾਮਤ ਹਲਾਲੋ ਹਰਾਮ, ਇਹ ਤਾਂ ਹੋ ਗਏ ਚਾਰ ਬੱਜਰ ਕ੍ਰਹਿਤਾਂ। ਛੋਟੀਆਂ ਕ੍ਰਹਿਤਾਂ ਦੇ ਵਿੱਚ ਆਉਂਦਾ ਜਿਹੜਾ ਆਪਣੇ ਕੇਸਾਂ ਨੂੰ ਡਾਈ ਕਰ ਲੈਣਾ, ਉਹਦੇ ਵਿੱਚ ਸਾਧ ਸਿੰਘ ਜੀ ਉਹ ਕ੍ਰਹਿਤੀਆ ਬੰਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਪਾਉਂਦੀ ਗੱਲ। ਇਸ ਕਰਕੇ ਮਾਰੇ ਹੁੱਕਾ ਹਜ਼ਾਮਤ ਹਲਾਲੋ ਹਰਾਮ, ਬਾਰਿਸ਼ ਹੀ ਨਾ ਕਰ ਦਰੂ ਸਿਆਪਾ। ਇਹ ਪੰਥ ਖਾਲਸੇ ਨੇ ਇਹ ਤਖਤਾਂ ਦੇ ਉੱਤੇ ਇਹ ਬਾਤ ਜਿਹੜੀ ਆ ਬੜੀ ਸਖਤੀ ਦੇ ਨਾਲ। ਮੈਂ ਇੱਕ ਵਾਰੀ ਦ੍ਰਿਸ਼ ਦੇਖਿਆ 300 ਸਾਲੇ, ਉਹ ਇੱਕ DIG ਸੀਗਾ ਕਿ ਇਹਨੂੰ ਸਿਰੋਂ ਪਾਉ ਦੇਣਾ, ਤੇ ਸਿਰੋਂ ਪਾਉ ਦੇਣ ਦੇ ਸਿੰਘ ਸਾਹਿਬ ਜਿਹੜਾ ਜਥੇਦਾਰ ਸੀ ਉੱਥੇ ਦੇ ਭਾਈ ਮਨਜੀਤ ਸਿੰਘ ਉਸ ਵੇਲੇ ਜਥੇਦਾਰ ਸੀ, ਔਰ ਟੋੜਾ ਸਾਹਿਬ ਪ੍ਰਧਾਨ ਸੀ, ਤੇ ਸੰਤ ਸਮਾਜ ਵੱਲੋਂ ਮੈਂ ਸੀ। ਅਸੀਂ ਤਿੰਨੇ ਸਿਰੋਂ ਪਾਉ ਦੇ ਰਹੇ। ਉਹ ਸਿਰੋਂ ਪਾਉ ਮੇਰੇ ਹੱਥ 'ਚ ਪ੍ਰਧਾਨ ਜੀ ਨੇ ਮੈਨੂੰ ਫੜਾਤਾ। ਸਿੰਘ ਸਾਹਿਬ ਕੋਲੋਂ ਜਦੋਂ ਮੈਂ ਸਿਰੋਂ ਪਾਉ ਦੇਣ ਲੱਗਿਆ, ਸਿੰਘ ਸਾਹਿਬ ਕਹਿੰਦੇ ਰੁਕ ਦਿਓ ਬਾਬਾ ਜੀ, ਇਹਨੂੰ ਨਹੀਂ ਦੇਣਾ। ਉਹ ਵਿਚਾਰਾ ਸਿਰੋਂ ਪਾਉ ਲੈਣ ਨੂੰ ਖੜਾ ਹੀ ਰਹਿ ਗਿਆ। ਮੈਂ ਕਿਹਾ ਕਹਿੰਦੇ ਬਾਬਾ ਜੀ ਤੁਹਾਨੂੰ ਤਾਂ ਖੁਦ ਪਤਾ ਇਸ ਗੱਲ ਦਾ, ਇਹ ਕ੍ਰੈਤੀਆ ਬੰਦਾ, ਇਹਨੂੰ ਸਿਰੋਂ ਪਾਉ ਕਿੱਥੋਂ ਦੇ ਦਾਂਗੇ? ਭਰੀ ਸਭਾ ਦੇ 'ਚ ਐਡਾ ਅਪਮਾਨ ਹੋਇਆ ਉਸ ਬੰਦੇ ਦਾ। ਉਹ ਲਸ਼ਕਰ ਸਿੰਘ ਸੀ DIG ਦਾ ਨਾਂ। ਉਹ ਕਹਿੰਦੇ ਬਈ ਤੂੰ ਜਾਂ ਤਾਂ ਇਹ ਪਰਨ ਕਰ, ਅੱਜ ਤੋਂ ਬਾਅਦ ਮੂੰਹ ਕਾਲਾ ਨਹੀਂ ਕਰੇਗਾ। ਦਾੜੀ ਕੱਟੀ ਹੋਏ ਨੂੰ ਤਾਂ ਕਹਿੰਦੇ ਦੇ ਸਕਦੇ ਆ ਸਿਰੋਂ ਪਾਉ ਜਿਹੜਾ ਸਹਿਜਧਾਰੀ ਹੈ, ਲੇਕਿਨ ਦਾੜੀ ਰੱਖੀ ਹੈ ਤੇ ਤੇਰੀ ਦਾੜੀ ਰੰਗੀ ਹੈ, ਕਹਿੰਦੇ ਤੂੰ ਕ੍ਰਹਿਤੀ ਹੈ। ਇਸ ਕਰਕੇ ਹੁੱਕਾ ਹਜ਼ਾਮਤ ਹਲਾਲੋ ਹਰਾਮ, ਜੇ ਕੋਈ ਐਸਾ ਕਰਦਾ ਹੋਵੇ ਭਾਈ ਹੱਥ ਜੋੜ ਕੇ ਬੇਨਤੀ ਹੈ ਇਹ ਕੰਮ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਵਾਨ ਨਹੀਂ ਹੁੰਦਾ। ਤੇ ਤਿਆਰ ਪਰ ਤਿਆਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜੈਸੀ ਦੇ ਦਿੱਤੀ ਕਾਲੇ ਵਾਲ ਦੇ ਤੇ ਕਾਲੇ ਹੰਡਾਲੇ ਚਟੇ ਆ ਗਏ, ਖੁਸ਼ੀ ਨਾਲ ਹੰਡਾਓ। ਜੇ ਜਰਵਾਣਾ ਪਰ ਹੈ ਜਰ ਵੇਸ ਕਰੇਂਦੀ ਆਈ ਹੈ। ਬੀਬੀਆਂ ਵੀ ਕਈ ਐਸਾ ਕਰ ਲੈਣੀ ਹੈ, ਭਾਈ ਵੀ ਕਰ ਲੈਂਦੇ ਆ, ਪਰ ਨਹੀਂ। ਤੇ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਆ
ਤੇ ਨਾਨਕ ਦੇ ਬਾਰੇ ਬੋਲਦਾ ਜੀ। ਨਾਨਕ ਮੇਲ ਲਈ ਗੁਰ ਆਪਣਾ, ਉਹ ਆਪਣੇ ਗੁਰੂ ਨੇ ਆਪਣੇ ਨਾਲ ਵੇਲ ਲਈ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰ ਕਾ ਸ਼ਬਦ ਸਵਾਰੇ, ਜਿਨ੍ਹਾਂ ਦੇ ਮਨ ਨੂੰ ਗੁਰੂ ਦੇ ਸ਼ਬਦ ਨੇ, ਗੁਰੂ ਦੇ ਸ਼ਬਦ ਦੇ ਨਾਲ ਜਿਨ੍ਹਾਂ ਨੇ ਆਪਣੇ ਮਨ ਸਵਾਰ ਲਏ, ਗੁਰੂ ਕਿਰਪਾ ਕਰੇ। ਸਮਾਂ ਹੋ ਗਿਆ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਾਵਿਆ ਸੁਣਿਆ ਕਥਨ ਕੀਤਾ ਥਾਂ ਪਾਵਨ। ਮਹਾਰਾਜ ਸਾਹਿਬ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜੇ ਕਿਸੇ ਦੇ ਦਿਲ ਦਿਖਾਉਣ ਵਾਲਾ ਕੋਈ ਬਚਨ ਨਿਕਲ ਗਿਆ ਹੋਵੇ ਮਨਮਤ ਦਾ, ਤਾਂ ਗੁਰੂ ਸਾਹਿਬ ਵੀ ਖਿਮਾ ਕਰਨ ਤੇ ਸੰਗਤ ਵੀ ਖਿਮਾ ਕਰੇ। ਆਓ ਹੁਣ ਇੱਥੇ ਸਮਾਪਤੀ ਹੈ। ਪਿਛਲੀ ਤੁਕ ਬੋਲਦੇ ਜੀ। ਨਾਨਕ ਮੇਲ ਲਈ ਗੁਰ ਆਪਣਾ, ਗੁਰ ਕੈ ਸ਼ਬਦ ਸਵਾਰੇ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ। ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ।